ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਇੱਕ ਨਾ ਭਾਈ ਨਰੈਣ ਸਿੰਘ ਜੀ ਹੋਏ ਆ। ਇਹ ਜਿਹੜੇ ਭਾਈ ਨਰੈਣ ਸਿੰਘ ਸੀ ਪਿੰਡ ਇਹ ਡਰੋਲੀ ਭਾਈ ਦੇ ਹੋਏ ਆ। ਔਰ ਭਾਈ ਨਰੈਣ ਸਿੰਘ ਹੋਣੀ ਜਿਹੜੇ ਸੀਗੇ, ਇਹਨਾਂ ਦਾ ਪਰਿਵਾਰ ਸਾਰਾ ਸਿੱਖੀ ਰਹਿਤ ਦੇ ਵਿੱਚ ਰਹਿਣੀ ਦੇ ਵਿੱਚ ਹੋਣ ਕਰਕੇ ਆਮ ਕਰਕੇ ਜਿੰਨੇ ਵੀ ਜਿਹੜੇ ਹੋਰ ਇਹਨਾਂ ਦੇ ਸੱਜਣ ਮਿੱਤਰ ਸੀਗੇ ਜਾਂ ਪਿੰਡ ਦੇ ਲੋਕੀ ਸੀ, ਇਹਨਾਂ ਨੂੰ ਸਿੱਖੜੇ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ। ਸੋ ਇਹਨਾਂ ਦੇ ਪਰਿਵਾਰ ਦੇ ਖਾਨਦਾਨ ਦੇ ਵਿੱਚੋਂ ਇਹ ਨਾ ਬਾਬਾ ਜਗ ਸਿੰਘ ਜੀ ਜਿਹੜੇ ਚੰਗੇ ਮਹਾਤਮਾ ਹੋਏ ਆ, ਅਤੇ ਉਹਨਾਂ ਦੀ ਯਾਦਗਾਰ ਵੀ ਜਾਣੀ ਇਸ ਡਰੋਲੀ ਭਾਈ ਦੇ ਵਿੱਚ ਅਜੇ ਵੀ ਮੌਜੂਦ ਖੜੀ ਆ। ਇੱਕ ਵਾਰ ਭਾਈ ਨਰੈਣ ਸਿੰਘ ਹੋਣੀ ਮਹਾਂਪੁਰਖਾਂ ਦੇ ਦਰਸ਼ਨ ਵਾਸਤੇ ਆਏ ਆ। ਇਹਨਾਂ ਨੇ ਆ ਕੇ ਨਾ ਬਾਬਾ ਜੀ ਦੇ ਕੋਲ ਜਾ ਕੇ ਜਦ ਨਮਸਕਾਰ ਕਰਕੇ ਮੱਥਾ ਟੇਕਿਆ, ਮਹਾਂਪੁਰਖਾਂ ਨੇ ਇਹਨਾਂ ਦਾ ਜਾਤ ਗੋਤ ਨਾਨਕੇ ਦਾਦਕੇ ਆਦਿ ਸਾਰਾ ਪੁੱਛਿਆ। ਉਸ ਤੋਂ ਬਾਅਦ ਫਿਰ ਭਾਈ ਨਰੈਣ ਸਿੰਘ ਹੋਣਾ ਨੇ ਕਿਹਾ ਹੈਗਾ ਕਿ ਤੁਸੀਂ ਹੈ ਨਾ ਮੈਨੂੰ ਕੋਈ ਐਸਾ ਸ਼ਬਦ ਦੱਸੋ ਜਿਸ ਸ਼ਬਦ ਦੇ ਨਾਲ ਮਨ ਦੇ ਅੰਦਰ ਮੇਰੀ ਸ਼ਾਂਤੀ ਆ ਜਾਵੇ ਅਤੇ ਮਨ ਦੇ ਵਿੱਚ ਖੁਸ਼ੀ ਅਤੇ ਖੇੜਾ ਬਣੇ। ਜਦ ਇਹ ਗੱਲ ਹੋਈ ਤਾਂ ਮਹਾਂਪੁਰਖਾਂ ਨੇ ਕਿਹਾ, ਕਹਿੰਦੇ ਭਾਈ ਵੀ ਤੈਨੂੰ ਹੈ ਨਾ 40 ਦਿਨ ਫਿਰ ਸਾਡੇ ਪਾਸ ਰੁਕਣਾ ਪੈਣਾ ਹੈਗਾ। ਸੋ ਦੇਖੋ ਭਾਈ ਨਰੈਣ ਸਿੰਘ ਮਹਾਂਪੁਰਖਾਂ ਦੇ ਪਾਸੋਂ 40 ਦਿਨ ਜਦ ਰੁਕੇ ਆ ਅਤੇ ਇਹਨਾਂ ਨੇ ਹੈ ਨਾ ਜਿਹੜਾ ਲੰਗਰ ਪਾਣੀ ਆ ਪ੍ਰਸ਼ਾਦਾ ਉਹ ਲੰਗਰ 'ਚੋਂ ਛਕ ਲੈਣਾ। ਅਤੇ ਉਸ ਤੋਂ ਬਾਅਦ ਮਹਾਂਪੁਰਖਾਂ ਨੇ ਇਹਨਾਂ ਨੂੰ ਹੈ ਨਾ ਕੱਚਾ ਦੁੱਧ ਦੇਣਾ ਰਾਤ ਨੂੰ ਪੀਣ ਵਾਸਤੇ, ਅਤੇ ਦੇਣਾ ਆਪਣੀ ਜਿਹੜੀ ਆ ਉਹ ਨਿਗਾਹ ਕਰਕੇ। ਇਸ ਤਰ੍ਹਾਂ ਹੈ ਨਾ ਇਹ 40 ਦਿਨ ਰੋਜ਼ ਪਾਠ ਕਰਦੇ ਰਹੇ। ਜਦ ਪਾਠ ਕਰਦੇ ਰਹੇ ਤਾਂ ਮਹਾਂਪੁਰਖਾਂ ਨੇ ਫਿਰ ਇਹਨਾਂ ਨੂੰ ਪੁੱਛਿਆ, ਕਹਿੰਦੇ ਵੀ ਹਾਂ ਤੇਰਾ ਜਿਹੜਾ ਪਾਠ ਹੈ ਜੋ ਗੁਰਬਾਣੀ ਦਾ ਤੂੰ ਕਰ ਰਿਹਾ ਹੈਗਾ ਇਹਦੇ ਵਿੱਚ ਨਾਗਾ ਦਾ ਕੋਈ ਨਹੀਂ। ਅਤੇ ਭਾਈ ਨਰੈਣ ਸਿੰਘ ਕਹਿੰਦੇ ਨਹੀਂ ਜੀ ਇਹਦੇ ਵਿੱਚ ਨਾਗਾ ਕੋਈ ਨਹੀਂ, ਬਾਕੀ ਜਿਹੜੀ 5 ਗ੍ਰੰਥੀ ਪੋਥੀ ਆ ਇਹਦਾ ਪਾਠ ਹੈ ਨਾ ਮੈਂ ਜਿਹੜਾ ਬੜੇ ਨੇਮ ਦੇ ਨਾਲ ਰੋਜ਼ ਕਰ ਲੈਂਦਾ। ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿੰਦੇ ਠੀਕ ਆ। ਅਤੇ ਫਿਰ ਮਹਾਂਪੁਰਖ ਕਹਿੰਦੇ ਬਈ ਹੁਣ ਇਸ ਤਰ੍ਹਾਂ ਕਰ, ਤੂੰ ਆਪਣੇ ਪਿੰਡ ਚਲੇ ਜਾ, ਇੱਥੇ 40 ਦਿਨ ਪੂਰੇ ਹੋ ਗਏ ਅਤੇ ਪਿੰਡ ਜਾ ਕੇ ਨਾ ਤੂੰ 2 ਨੇਮ ਕਰਨੇ ਆ, 2 ਵਾਰੀ ਹੈ ਨਾ ਇਹ 5 ਗ੍ਰੰਥੀ ਦਾ ਪਾਠ ਕਰਨਾ ਹੈ। ਇਹ 7 ਵਚਨ ਕਰਕੇ ਭਾਈ ਨਰੈਣ ਸਿੰਘ ਜਿਹੜੇ ਸੀਗੇ ਉਹ ਡਰੋਲੀ ਭਾਈ ਆਪਣੇ ਪਿੰਡ ਵਾਪਸ ਚਲੇ ਗਏ। ਉਸ ਤੋਂ ਬਾਅਦ ਫਿਰ ਜਦ ਇਹਨਾਂ ਨੇ ਨਾ ਪਾਠ ਕਰਨਾ ਸ਼ੁਰੂ ਕੀਤਾ ਘਰ ਜਾ ਕੇ, ਅਤੇ ਨਾਲ ਇਹਨਾਂ ਨੇ ਜਿਹੜਾ ਕੱਚਾ ਦੁੱਧ ਸੀਗਾ ਉਹ ਵੀ ਪੀਣਾ ਸ਼ੁਰੂ ਕਰ ਦਿੱਤਾ। ਜਦ ਸੇਰ ਰੋਜ਼ ਦਾ ਕੱਚਾ ਦੁੱਧ ਪੀਣਾ ਹੈਗਾ, ਕੱਚਾ ਦੁੱਧ ਪੀਣ ਕਰਕੇ ਇਹਨਾਂ ਦੀ ਸਿਹਤ ਖਰਾਬ ਹੋ ਗਈ। ਜਦ ਸਿਹਤ ਖਰਾਬ ਹੋਈ ਆ ਫਿਰ ਵਾਪਸ ਮਹਾਂਪੁਰਖਾਂ ਦੇ ਪਾਸ ਆਏ। ਜਦੋਂ ਮਹਾਂਪੁਰਖਾਂ ਦੇ ਪਾਸ ਆਏ ਤਾਂ ਬਾਬਾ ਜੀ ਇਹਨਾਂ ਨੂੰ ਕਹਿਣ ਲੱਗੇ, ਕਹਿੰਦੇ ਨਰੈਣ ਸਿੰਘ ਤੈਨੂੰ ਅਸੀਂ ਪਾਠ ਕਰਨ ਨੂੰ ਕਿਹਾ ਸੀ, ਕੱਚਾ ਦੁੱਧ ਪੀਣ ਨੂੰ ਨਹੀਂ ਸੀ ਕਿਹਾ, ਇਸ ਕਰਕੇ ਤੂੰ ਜਿਹੜਾ ਹੈ ਨਾ ਕੱਚਾ ਦੁੱਧ ਹੈਗਾ ਇਹ ਪੀਣਾ ਬੰਦ ਕਰ ਦੇ। ਦੇਖੋ ਭਾਈ ਨਰੈਣ ਸਿੰਘ ਹੁਣਾਂ ਨੇ ਨਾ ਫਿਰ ਕੱਚਾ ਦੁੱਧ ਜਿਹੜਾ ਸੀ ਪੀਣਾ ਬੰਦ ਕਰ ਦਿੱਤਾ। ਉਸ ਤੋਂ ਬਾਅਦ ਇਹਨਾਂ ਦੀ ਸਿਹਤ ਬਿਲਕੁਲ ਫਿਰ ਨੋਰਮਲ ਹੋ ਗਈ, ਤੰਦਰੁਸਤ ਹੋ ਗਈ ਸੀ। ਸੋ ਜਿਹੜੇ ਭਾਈ ਨਰੈਣ ਸਿੰਘ ਸੀਗੇ ਇਹ ਮਹਾਂਪੁਰਖਾਂ ਦੇ ਪਿਤਾ ਜੀ ਦੇ ਜਿਹੜੇ ਮਿੱਤਰ ਸੀ, ਖਾਸ ਕਰਕੇ ਇਹਨਾਂ ਪਾਉਂਦੇ ਜਾਂਦੇ ਰਹਿੰਦੇ ਸੀ। ਅਤੇ ਇਹ ਬਾਬਾ ਮਹਾ ਹਰਨਾਮ ਸਿੰਘ ਦੀ ਬੜੀ ਸਿਫਤ ਕਰਦੇ ਹੁੰਦੇ ਸੀ ਅਤੇ ਕਹਿੰਦੇ ਹੁੰਦੇ ਸੀ ਮਹਾਂਪੁਰਖ ਪੂਰਨ ਮਹਾਂਪੁਰਖ ਹੈਗੇ ਆ, ਜਿਹੜਾ ਇਹਨਾਂ ਦੀ ਸੇਵਾ ਕਰੇਗਾ ਨਾ ਉਹ ਸੇਵਾ ਤੋਂ ਮੇਵਾ ਜ਼ਰੂਰ ਲੈ ਕੇ ਜਾਊਗਾ। ਸੋ ਇਸ ਤਰ੍ਹਾਂ ਨਾ ਇੱਕ ਡਰੋਲੀ ਭਾਈ ਜਿਹੜਾ ਇਤਿਹਾਸਕ ਨਗਰ ਹੈਗਾ, ਇੱਥੇ ਹੈ ਨਾ 6ਵੀਂ ਪਾਤਸ਼ਾਹੀ ਦੇ ਜਿਹੜੇ ਚਰਨ 2 ਵਾਰ ਪਏ ਆ। ਸੋ ਇਸੇ ਹੀ ਹੈ ਨਾ ਡਰੋਲੀ ਭਾਈ ਦੇ ਅੰਦਰ ਬਹੁਤ ਸਾਰੇ ਧਾਰਮਿਕ ਅਸਥਾਨ ਵੀ ਬਣੇ ਹੋਏ ਆ। ਅਤੇ ਇੱਥੇ ਇੱਕ ਮਹੰਤ ਰਾਮ ਸਿੰਘ ਜੀ ਹੋਏ ਆ। ਜਿਹੜੇ ਮਹੰਤ ਰਾਮ ਸਿੰਘ ਹੋਏ ਆ ਇਹਨਾਂ ਦੇ ਇੱਕ ਚਚੇਰੇ ਭਾਈ ਤੇਜਾ ਸਿੰਘ ਇਹਨਾਂ ਦੇ ਨਾਲ ਮਿਲ ਕੇ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਕਰਦੇ ਸੀਗੇ। ਅਤੇ ਭਾਈ ਰਾਮ ਸਿੰਘ ਜਿਹੜੇ ਮਹੰਤ ਸੀ ਇਹਨਾਂ ਦੀ ਇੱਕ ਜਿਹੜੀ ਰਿਸ਼ਤੇਦਾਰੀ ਸੀਗੀ ਇਹ ਭਾਈ ਪ੍ਰੇਮ ਸਿੰਘ ਹੋਣਾ ਦੇ ਨਾਲ, ਜਿਹੜੇ ਨਾਭਾ ਨਿਵਾਸੀ ਸੀ ਉਹਨਾਂ ਦੇ ਨਾਲ ਸੀਗੀ। ਅਤੇ ਇੱਕ ਵਾਰ ਇਹ ਭਾਈ ਰਾਮ ਸਿੰਘ ਜੀ ਅਤੇ ਭਾਈ ਪ੍ਰੇਮ ਸਿੰਘ ਜੀ ਇਹ ਮਹਾਰਾਜਾ ਹੀਰਾ ਸਿੰਘ ਦੇ ਜਦੋਂ ਦਰਬਾਰ ਦੇ ਵਿੱਚ ਗਏ ਆ, ਉੱਥੇ ਮਹਿਲ ਦੇ ਵਿੱਚ ਗਏ ਆ, ਇਹਨਾਂ ਨੇ ਉੱਥੇ ਹੈ ਨਾ ਮਹਾਰਾਜਾ ਹੀਰਾ ਸਿੰਘ ਨੂੰ ਜਿਹੜੀ ਸੀ ਇੱਕ ਕਥਾ ਸੁਣਾਈ। ਉਹ ਕਥਾ ਤੋਂ ਪ੍ਰਭਾਵਿਤ ਹੋ ਗਏ ਮਹਾਰਾਜਾ ਹੀਰਾ ਸਿੰਘ ਹੋਣਾ ਨੇ ਜਿਹੜਾ ਸੀਗਾ ਇਹਨਾਂ ਤੋਂ ਪਰਿਵਾਰ ਸਹਿਤ ਅੰਮ੍ਰਿਤ ਛਕ ਲਿਆ ਸੀਗਾ ਉਹਨਾਂ ਟਾਈਮਾਂ 'ਚ। ਜਦ ਅੰਮ੍ਰਿਤ ਪਾਨ ਕੀਤਾ ਸੀਗਾ ਅਤੇ 1.25 ਲੱਖ ਰੁਪਈਆ ਜਿਹੜਾ ਮਹਾਰਾਜਾ ਹੀਰਾ ਸਿੰਘ ਨੇ ਹੈ ਨਾ ਇਹਨਾਂ ਨੂੰ ਮੋਹਰਾਂ ਭੇਟ ਕੀਤੀਆਂ ਸੀਗੀਆਂ। ਸੋ ਇੱਕ ਵਾਰੀ ਭਾਈ ਰਾਮ ਸਿੰਘ ਜਿਹੜੇ ਸੀਗੇ ਇਹਨਾਂ ਨੇ ਹੈ ਨਾ ਮਹਾਂਪੁਰਖਾਂ ਦੀ ਜਦ ਸੋਭਤ ਸੁਣੀ ਆ ਬਾਬਾ ਮਹਾ ਹਰਨਾਮ ਸਿੰਘ ਦੀ, ਅਤੇ ਇਹ ਭੁੱਚੋ ਦਰਸ਼ਨਾਂ ਵਾਸਤੇ ਆਏ। ਜਦ ਭੁੱਚੋ ਦਰਸ਼ਨਾਂ ਵਾਸਤੇ ਆਏ ਅਤੇ ਇਹਨਾਂ ਨੇ ਹੈ ਨਾ ਇੱਥੇ 1 ਰੁਪਈਆ ਰੱਖ ਕੇ ਮੱਥਾ ਟੇਕਿਆ। ਜਦ ਮੱਥਾ ਟੇਕਿਆ ਤਾਂ ਮਹਾਂਪੁਰਖਾਂ ਨੇ ਪਹਿਲਾਂ ਇਹਨਾਂ ਦਾ ਜਿਹੜਾ ਸੀਗਾ ਨਾਮ ਪਤਾ ਗੋਤ ਸਾਰਾ ਪੁੱਛਿਆ। ਉਸ ਤੋਂ ਬਾਅਦ ਫਿਰ ਭਾਈ ਰਾਮ ਸਿੰਘ ਹੋਣਾ ਨੂੰ ਕਹਿਣ ਲੱਗੇ, ਕਹਿੰਦੇ ਭਾਈ ਆਹ ਜਿਹੜਾ ਤੂੰ ਰੁਪਈਆ ਰੱਖ ਕੇ ਮੱਥਾ ਟੇਕਿਆ ਇਹ ਚੁੱਕ ਲਾ, ਕਿਉਂਕਿ ਇਹ ਹੀਰੇ ਦੀ ਕਮਾਈ ਆ। ਅਗਰ ਮੱਥਾ ਟੇਕਣਾ ਹੈ ਤੂੰ ਆਪਣੇ ਪੈਸਿਆਂ ਵਿੱਚੋਂ ਸਾਨੂੰ ਮੱਥਾ ਟੇਕ। ਇੰਨੀ ਗੱਲ ਹੋਈ ਤਾਂ ਫਿਰ ਭਾਈ ਰਾਮ ਸਿੰਘ ਹੋਣਾ ਨੇ ਆਪਣੀ ਜੇਬ ਦੇ ਵਿੱਚ ਹੱਥ ਮਾਰੇ, ਪਰ ਅੰਦਰੋਂ ਕੋਈ ਪੈਸਾ ਨਹੀਂ ਨਿਕਲਿਆ। ਅਤੇ ਇੱਕ ਪਾਸੇ ਉਹਨਾਂ ਸਿਰਫ 50 ਪੈਸੇ ਨਿਕਲੇ ਸੀ ਇਹਨਾਂ ਦੀ ਜੇਬ 'ਚੋਂ। ਅਤੇ ਜਦ ਇਹ 50 ਪੈਸੇ ਮਹਾਂਪੁਰਖਾਂ ਦੇ ਰੱਖੇ, ਮਹਾਂਪੁਰਖ ਕਹਿੰਦੇ ਭਾਈ 50 ਪੈਸੇ ਨਹੀਂ ਚਾਹੀਦੇ, ਰੁਪਈਆ ਪੂਰਾ ਚਾਹੀਦਾ ਹੈਗਾ।
तो पर फिर कहने लगा महापुरख भी इस टाइम तो मेरे पास रुपया नहीं आ। तो फिर बाबा जी कहने लगे कहते कोई गल नहीं, एक समा आऊगा जो असीं कोई महात्मा जिहड़े आप जी के पास भेजांगे तो तुसीं जिन्नी भी उन्हां दी सेवा करनी हो तो जरूर करियो। तो ये कह के है ना फिर भाई राम सिंह जिहड़े सगे वो महापुरखों नूं मत्था टेक के वापस अपने अस्थान ते चले गए सगे। सो इस घटना तो जो बाबा माहर नाम सोहना ने अपना जिहड़ा पंचभूतक शरीर का त्याग किया सगा, उस तो 30 साल बाद बाबा नानक सिंह हुणी जिहड़े सगे वो भाई राम सोहना के परिवार के विच इत्थे डरोली पहुंचे सगे। जदों बाबा नानक सिंह हुणी उत्थे पहुंचे आ, बाबा नानक सोहना दे नाल सरदार रतन सिंह होए आ, भाई ज्ञान सिंह जी भी होए आ, भाई जीवन सिंह, ये तक जिहड़े सी बहुत सारे सिंह सीगे। ते महापुरख जिहड़े सी भारी संगत लैके जद इन्हां दे घर अस्थान दे कोल पहुंचे आ, पर भाई राम सिंह दे परिवार ने है ना बाबा नानक सिंह जी ते सारी संगत दी जानी कोई सेवा विच दिलचस्पी नहीं दिखाई जां नहीं दिखाई आ। तो उस तो बाद जिहड़े भाई तेजा सिंह सीगे इन्हां दे परिवार ने भी जानी कोई खास दिलचस्पी नहीं दिखाई, थोड़ी बहुती सेवा की है। तो फिर बाबा नानक सोहना ने संगत नूं कहता कि भी चलो वापस जिहड़ा है ना असीं अपने अस्थान डेरे नानकसर कलेरी चलीए। जदों महापुरख जिहड़े सी वापस जाण लगे तो फिर उस टाइम संगत ने पूछा कहते महापुरखों बड़ी छेती आपने जिहड़ा है ना वापसी दे हुक्म देता हैगा, दरअसल गल की है क्योंकि तुसीं तो एडी दूरों संगत लैके आए सी 1-2 दिन रुकदे। पर फिर बाबा नानक सोहना ने संगत नूं कहता सी कहंदे भाई असीं तां ना महापुरख बाबा हरनाम सोहना दा वचन पगाया सगा, उन्हां ने कहा सगा कि तुसीं इन्हां दे स्थान ते जाओ जो उन्हां दा वचन भाई राम सोहना दा होया सगा। ते कहंदे असीं उस वचन की पूर्ति करन वास्ते इस स्थान ते आए सी, पर कहंदे देखो इन्हां दे परिवार ने है ना सानूं तां की आ संगत नूं भी पानी दा घुट नहीं पुछया। जद ये वचन बाबा नानक सोहना संगत नूं दसे तो फिर संगत चुप कर गई। फिर बाबा नानक सोहना कहंदे चलो ठीक है भाई इन्हां दी मर्जी है, पर असीं अपना जिहड़ा वचन महापुरखां दा सीगा वो पूरा कर दिता हैगा। इस तरह है ना एक जै सिंह पिंड दे भी भाई राम सिंह होए आ। ये जिहड़े हुंदे सीगे भाई राम सिंह ये महापुरखां दे जद अस्थान ते आउंदे सी, इन्हां ने इत्थे कई दिन रहना। महापुरखां ने कभी भी इन्हां नूं सेवा करन नूं बिल्कुल नहीं कहना, उल्टा एक सेवादार नूं कहना हैगा कि भाई राम सिंह आए आ ते तुसीं है ना इन्हां दी सेवा जिहड़ी आ ये जी जान दे नाल करो। जद ये गल होनी आ तो फिर महापुरखां ने भाई राम सिंह हुणां नूं घिओ ते खंड पा के जिहड़ा सीगा ओहदी चूरी इन्हां नूं छकाउणी। जद छकाउणी तो कई बारी महापुरखां ने जद इन्हां नूं घिओ ते खंड बहुत सारा पा के देना तो महापुरखां ने संगत नूं कहना जिन्ना खा सकदे उन्हां नूं छकाओ। तो कई बारी आप भी सामने बह जाना तो इन्हां नूं खांदे देख के बड़ा वा खुश होना। इन्नी गल होनी है। तो कई बारी है ना एक बार सेवादारां ने महापुरखां नूं आख्या कहते महापुरखो भाई राम सिंह होनी तो कोई सिंह भी नहीं, कोई संत भी नहीं, तो साध भी नहीं, पर तुसीं इन्हां दी सेवा दे विच बहुत ज़्यादा दिलचस्पी लैंदे आ, इहदा कारण की आ। जद इन्नी गल होई सी तो फिर महापुरखां ने दस्सिया सीगा कहंदे भाई राम सिंह जिहड़े सीगे है ना इन्हां ने पिछले जन्म दे विच आ जिहड़ा जै सिंह वाला पिंड आ ये बन्निया सीगा, इस करके इन्हां दा दुबारा जन्म होया हैगा ते असीं इन्हां दी सेवा करके है ना इन्हां दा आधार करना है। सो इस तरह एक ना भाई धन्ना सिंह जी दर्जी होए आ कोट फतेह पिंड वाले, इन्हां ने भी महापुरखां दी जिहड़ी अपने समय 'च सेवा कीती आ, 7 वजन करके सेवा करते रहे आ। तो सेवा करते करते है ना समा होया सीगा जदों जिहड़े भाई धन्ना सिंह दर्जी जिहड़े सीगे ये परलोक गमन कर गए सीगे। जद परलोक गमन कर गए सीगे तो उस तो बाद फिर महाराजा भुपिंदर सिंह हुणां दे एक टक्के ने जन्म लिया सीगा। जदों जन्म लिया सी इहदी खबर जदों बाबा माहर नाम सोहना नूं दसी सी तो बाबा माहर नाम सोहना ने आख्या सी कहंदे भाई ये उही धन्ना सिंह दर्जी हैगा जिहदा दुबारा जन्म होया है। जद ये बचन महापुरखां ने कीते सीगे तो कोल है ना भाई गुरदित्त सिंह जी सेमा ते काकड़ सिंह ये कोल बैठे सी। इन्हां ने जिहड़े सी आपस विच ये गल कीती कि अगर धन्ना सिंह दर्जी ने दुबारा जन्म लिया तो असीं इहनूं देखण चलदे हां, असीं देखी सी कि वो सानूं पछाण लेगा। ये सोच के भाई गुरदित्त सिंह ते भाई काकड़ सिंह ये दोने जणे जिहड़े है ना पटियाले पहुँच गए। जद उत्थे पटियाले गए आ इन्हां ने अंदर जाके जद महल के अंदर प्रवेश करना चाहे तो उत्थे जिहड़े सिक्योरिटी गार्ड सी उन्हां ने इन्हां नूं फड़ लिया। जद फड़ लिया तो फिर ये किसी तरह बच बचा करके दोबारा फिर महापुरखां दे अस्थान ते आए। जद अस्थान ते तो इन्हां ने आ सारी गलबात ना बाबा माहर नाम सोहना ने दसी है भी किवें असीं जिहड़ा धन्ना सिंह दर्जी आ भी उहदा दुबारा जन्म होया तो टिक्के नूं देखण गए सी कि वो सानूं पछाण लेगा। जद इन्नी गल होई तो महापुरख जिहड़े सी हੱਸ के कहण लगे कहंदे भाई भी जिहड़ा ये टिक्का आ पैदा होया हैगा इस नूं पिछले जन्म की कोई खबर नहीं, अगर उन्होंने पिछले जन्म की कोई खबर नहीं तुहानूं किवें पछाण लेगा। सो जो ये वचन महापुरखां ने कीते सीगे
ਤੇ ਫਿਰ ਮਹਾਂਪੁਰਖ ਜਿਹੜੇ ਸੀਗੇ ਕਈ ਵਾਰ ਇਹੋ ਜਿਹਾ ਬਚਨ ਕਰਕੇ ਸੰਗਤਾਂ ਨੂੰ ਸੁਣਾਉਂਦੇ ਸੀਗੇ ਕਿ ਕਿਵੇਂ ਹੈ ਨਾ ਸਾਡੇ ਕਹਿਣ ਦੇ ਉੱਤੇ ਭਾਈ ਗੁਰਦਿੱਤ ਸਿੰਘ ਤੇ ਭਾਈ ਕਾਕੜ ਸਿੰਘ ਜਿਹੜੇ ਸੀ ਉਸ ਟੇਕੇ ਨੂੰ ਦੇਖਣ ਗਏ ਸੀ, ਕਿਉਂਕਿ ਇਹ ਤਾਂ ਮਹਾਂਪੁਰਖਾਂ ਦੀਆਂ ਰਮਜ਼ਾਂ ਹੁੰਦੀਆਂ। ਮਹਾਂਪੁਰਖਾਂ ਦੀਆਂ ਰਮਜ਼ਾਂ ਨੂੰ ਕੇਵਲ ਤੇ ਕੇਵਲ ਮਹਾਂਪੁਰਖ ਹੀ ਜਾਣ ਸਕਦੇ ਆ। ਇਸ ਤਰ੍ਹਾਂ ਨਾ ਇੱਕ ਸੇਠ ਬਠਿੰਡੇ ਦੇ ਸੀਗੇ, ਤੇ ਇਹ ਜਿਹੜੇ ਸੇਠ ਸੀਗੇ ਇੱਕ ਸਮਾਂ ਪਾ ਕੇ ਇਹਨਾਂ ਦੇ ਪਾਸ ਕਾਫੀ ਮੇਰੀ ਸੀ, ਧਨ ਦੌਲਤ ਸੀ, ਪਰ ਜਦ ਸਮਾਂ ਪਲਟਿਆ ਤੇ ਇਹਨਾਂ ਦੀ ਹਾਲਤ ਕਾਫੀ ਪਤਲੀ ਹੋ ਗਈ। ਸੋ ਹਾਲਤ ਪਤਲੀ ਕਰਕੇ ਇਹਨਾਂ ਨੇ ਹੈ ਨਾ ਇੱਕ ਵਾਰ ਬਾਬਾ ਮਹਾਰਾਮ ਸੋਹਣਾ ਦੀ ਸੋਭਤ ਕਿਸੇ ਤੋਂ ਸੁਣ ਰੱਖੀ ਸੀਗੀ, ਤੇ ਇਹ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਨਾ ਭੁੱਚੋ ਆਏ। ਜਦੋਂ ਭੁੱਚੋ ਆਏ ਤੇ ਇਹਨਾਂ ਨੇ ਆ ਕੇ ਮੱਥਾ ਟੇਕਿਆ, ਤੇ ਮਹਾਂਪੁਰਖਾਂ ਨੇ ਇਹਨਾਂ ਦਾ ਜਾਤ ਗੋਤ ਨਾਨਕੇ ਦਾਦਕੇ ਪੁੱਛ ਕੇ ਫਿਰ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਵੇਂ ਆਏ ਆ। ਫਿਰ ਉਹ ਸੇਠ ਨੇ ਨਾ ਰੋ ਰੋ ਕੇ ਜਿਹੜੀ ਸੀ ਉਹ ਸਾਰੀ ਵਿਥਿਆ ਆਪਣੀ ਦੱਸੀ ਵੀ ਕਿਸੇ ਟਾਈਮ ਮੈਂ ਵੱਡਾ ਸੇਠ ਸੀਗਾ, ਪਰ ਹੌਲੀ ਹੌਲੀ ਮੇਰੀ ਹਾਲਤ ਇੰਨੀ ਪਤਲੀ ਹੋ ਗਈ ਕਿ ਅੱਜ ਮੈਂ ਸੜਕ 'ਤੇ ਆ ਗਿਆ ਹੈ। ਜਦ ਇਹ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ ਚੱਲ ਠੀਕ ਆ। ਉਸ ਤੋਂ ਬਾਅਦ ਬਾਬਾ ਜੀ ਕਹਿਣ ਲੱਗੇ, ਕਹਿੰਦੇ ਵੀ ਤੂੰ ਕੋਈ ਸੇਵਾ ਵੀ ਕਰੂੰਗਾ। ਅਤੇ ਸੇਠ ਫਿਰ ਕਹਿਣ ਲੱਗਾ ਕਿ ਹਾਂ ਜਿੱਥੇ ਤੱਕ ਹੋ ਸਕਿਆ ਨਾ ਤੁਸੀਂ ਮੈਨੂੰ ਕੋਈ ਸੇਵਾ ਕਰੋ, ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਕਿ ਮੈਂ ਉਸ ਸੇਵਾ ਦੇ ਵਿੱਚ ਪੂਰਾ ਉਤਰਾਂ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿੰਦੇ ਚੱਲ ਠੀਕ ਆ, ਚੰਗਾ ਫੇਰ ਆਵੇਂ। ਇਹਨੂੰ ਹੈ ਨਾ ਮਹਾਂਪੁਰਖਾਂ ਨੇ ਦੁਬਾਰਾ ਸੇਠ ਨੂੰ ਜਿਹੜਾ ਸੀਗਾ ਆਪਣੇ ਘਰ ਭੇਜ ਦਿੱਤਾ। ਕੁਛ ਦਿਨਾਂ ਬਾਅਦ ਸੇਠ ਦੁਬਾਰਾ ਫਿਰ ਆਇਆ। ਇਹਦੀ ਨਜ਼ਰ ਜਿੱਥੇ ਬਾਬਾ ਜੀ ਆਸਣ ਲਾਇਆ ਸੀ ਹੈ ਨਾ ਉਸ ਕੱਚੀ ਜਗ੍ਹਾ 'ਤੇ ਪਈ, ਅਤੇ ਇਹਨੇ ਆਪ ਹੀ ਮਹਾਂਪੁਰਖ ਨੂੰ ਕਹਿ ਦਿੱਤਾ ਕਿ ਇਹਨੇ ਮਹਾਂਪੁਰਖੋ ਆ ਜਿਹੜਾ ਤੁਸੀਂ ਜਿੱਥੇ ਆਸਣ ਲਾਉਂਦੇ ਜਗ੍ਹਾ ਕੱਚੀ ਆ, ਅਗਰ ਮੈਂ ਇੱਕ ਜਗ੍ਹਾ ਪੱਕੀ ਕਰ ਦਿਆਂ ਇਹ ਸੇਵਾ ਮੈਨੂੰ ਦੇ ਦਿਓ ਅਤੇ ਮੈਂ ਆਪਣੇ ਆਪ ਨੂੰ ਧੰਨ ਭਾਗ ਵੱਡੇ ਉੱਚੇ ਭਾਗਾਂ ਵਾਲਾ ਸਮਝੂੰਗਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ, ਕਹਿੰਦੇ ਸੇਠ ਵੀ ਸੋਚ ਸਮਝ ਕੇ ਸੇਵਾ ਦਾ ਭਾਰ ਚੁੱਕੀ, ਅਗਰ ਸੇਵਾ ਕਰ ਸਕਦਾ ਠੀਕ ਹੈ, ਅਗਰ ਨਹੀਂ ਸੇਵਾ ਕਰ ਸਕਦਾ ਤਾਂ ਫਿਰ ਇਸ ਜਗ੍ਹਾ ਨੂੰ ਹੱਥ ਨਾ ਪਾਵੇਂ। ਪਰ ਸੇਠ ਕਹਿਣ ਲੱਗਾ ਜੀ ਮੈਂ ਇਹ ਸੇਵਾ ਜ਼ਰੂਰ ਕਰੂੰਗਾ। ਪਰ ਜਦੋਂ ਸੇਠ ਨੇ ਨਾ ਸੇਵਾ ਸ਼ੁਰੂ ਕੀਤੀ, ਸੇਵਾ ਸ਼ੁਰੂ ਕਰਕੇ ਮਨ ਦੇ ਵਿੱਚ ਆਇਆ ਵੀ ਇੱਥੇ ਜਿਹੜਾ ਹੈ ਨਾ ਲਾਗਤ ਖਰਚਾ ਹੈਗਾ ਇਸ ਜਗ੍ਹਾ 'ਤੇ ਜ਼ਿਆਦਾ ਹੋ ਜਾਣਾ ਹੈਗਾ। ਇਸ ਕਰਕੇ ਸੇਠ ਨੇ ਬੜੀ ਚੁਸਤ ਚਲਾਕੀ ਦੇ ਨਾਲ ਉਹ ਬਾਹਰੋਂ ਜਿਹੜੀ ਜਗ੍ਹਾ ਸੀ ਉਹ ਪੱਕੀ ਕਰ ਦਿੱਤੀ, ਅੰਦਰੋਂ ਕੱਚੀ ਕਰ ਦਿੱਤੀ। ਜਦੋਂ ਬਾਹਰੋਂ ਪੱਕੀ ਕੀਤੀ ਅੰਦਰੋਂ ਕੱਚੀ ਕੀਤੀ ਅਤੇ ਅੰਦਰੋਂ ਨਾ ਕਾਲਾ ਪੇਂਟ ਮਾਰ ਦਿੱਤਾ। ਅਤੇ ਇਹ ਜਿਹੜੀ ਸੇਵਾ ਮੁਕੰਮਲ ਕਰਕੇ ਮਹਾਂਪੁਰਖਾਂ ਦੱਸ ਦਿੱਤਾ ਕਿ ਮਹਾਂਪੁਰਖੋ ਵੀ ਉਹ ਜਗ੍ਹਾ ਤਿਆਰ ਹੋ ਗਈ ਆ। ਜਦ ਬਾਬਾ ਜੀ ਜਿਹੜੇ ਸੀਗੇ ਉਸ ਜਗ੍ਹਾ ਨੂੰ ਦੇਖਣ ਲੱਗੇ ਤਾਂ ਕਹਿਣ ਲੱਗੇ, ਕਹਿੰਦੇ ਵੀ ਸੇਠ ਆਹ ਤਾਂ ਕੰਮ ਤਾਂ ਗਲੈਫੀ ਵਾਲਾ ਕੀਤਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਸੇਠ ਕਹਿਣ ਲੱਗਾ ਜੀ ਹੈ ਤਾਂ ਕੰਮ ਇਸ ਤਰ੍ਹਾਂ ਹੀ ਹੈਗਾ। ਤਾਂ ਮਹਾਂਪੁਰਖ ਕਹਿੰਦੇ ਚੱਲ ਠੀਕ ਆ, ਜਿੱਦਾਂ ਦਾ ਤੂੰ ਕੰਮ ਕੀਤਾ ਹੈ ਉੱਦਾਂ ਦਾ ਤੇਰਾ ਜਿਹੜਾ ਕਾਰੋਬਾਰ ਚੱਲੇਗਾ। ਸੋ ਦੇਖੋ ਸੇਠ ਦਾ ਕਾਰੋਬਾਰ ਤਾਂ ਜਿਹੜਾ ਸੀਗਾ ਉਹ ਕੁਛ ਚੰਗਾ ਚੱਲਿਆ, ਪਰ ਬਾਕੀ ਜਿਹੜੇ ਇਹਦੇ ਨਾਲ ਦੇ ਮੁਕਾਬਲੇ ਦੇ ਸੇਠ ਸੀਗੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਇਹ ਦੌੜ ਦੇ ਵਿੱਚ ਜਿਹੜਾ ਸੀ ਹਮੇਸ਼ਾ ਪਛੜਿਆ ਰਿਹਾ ਹੈਗਾ। ਸੋ ਇੱਕ ਇਸ ਤਰ੍ਹਾਂ ਨਾ ਇੱਕ ਸੇਠ ਕਾਨ੍ਹਾ ਰਾਮ ਜੀ ਹੋਏ ਆ। ਇਹ ਜਿਹੜੇ ਸੀਗੇ ਇਹ ਮਹੇਸ਼ਵਰੀ ਦੇ ਸੀਗੇ, ਅਤੇ ਇਹ ਜਿਹੜੇ ਸੇਠ ਸੀ ਇਹ ਭੁੱਚੋ ਨਿਵਾਸੀ ਸੀਗੇ। ਇਹਨਾਂ ਦੀ ਜਿਹੜੀ ਪਤਨੀ ਸੀ ਉਹਦਾ ਨਾਂ ਸੀ ਬੀਰੋ, ਅਤੇ ਇਸ ਸੇਠ ਦੇ ਨਾ 5 ਪੁੱਤਰ ਸੀ। ਪਹਿਲੇ ਦਾ ਨਾਂ ਸੀ ਦੁਨੀ ਚੰਦ, ਦੂਸਰੇ ਦਾ ਨਾਂ ਸੀ ਝੰਡਾ ਰਾਮ, ਤੀਸਰੇ ਦਾ ਨਾਂ ਸੀ ਹਰ ਧਨ, ਚੌਥੇ ਦਾ ਜਿਹੜਾ ਨਾਂ ਸੀ ਬਿਹਾਰੀ ਲਾਲ, ਪੰਜਵੇਂ ਦਾ ਨਾਂ ਸੀ ਪਿਆਰਾ ਲਾਲ। ਸੋ ਜਿਹੜਾ ਪਿਆਰਾ ਲਾਲ ਸੀ ਇਹਨਾਂ ਦੇ ਪਰਿਵਾਰ ਵਿੱਚੋਂ ਮਹਾਂਪੁਰਖਾਂ ਦੀ ਬੜੀ ਸੇਵਾ ਕਰਦਾ ਹੁੰਦਾ ਸੀਗਾ। ਪਰ ਜਦੋਂ ਪਿਆਰੇ ਲਾਲ ਅਤੇ ਇਹਨਾਂ ਦੀ ਮਾਤਾ ਬੀਬੀ ਬੀਰੋ ਜੀ ਨੇ ਮਹਾਂਪੁਰਖਾਂ ਦੇ ਕੋਲ ਆਉਣਾ, ਅਤੇ ਪਰ ਬਾਬਾ ਜੀ ਨੇ ਇਹਨਾਂ ਨੂੰ ਨਾ ਮੱਥਾ ਟੇਕਣ ਨਹੀਂ ਦੇਣਾ। ਜਦ ਆਪਣੇ ਕੋਲ ਮੱਥਾ ਟੇਕਣ ਨਹੀਂ ਦੇਣਾ, ਅਤੇ ਕਈ ਵਾਰ ਜਿਹੜਾ ਸੀਗਾ ਇਸ ਨੂੰ ਇਸ ਤਰ੍ਹਾਂ ਮੱਥਾ ਨਾ ਟੇਕਣ ਕਰਕੇ ਇੱਕ ਵਾਰੀ ਕਿਸੇ ਪ੍ਰੇਮੀ ਨੇ ਬਾਬਾ ਜੀ ਨੇ ਪੁੱਛ ਲਿਆ ਕਿ ਮਹਾਂਪੁਰਖੋ ਬਾਕੀ ਜਿੰਨੀ ਸੰਗਤ ਦੀ ਸਾਰੀ ਆਪ ਨੂੰ ਮੱਥਾ ਟੇਕਦੀ ਆ, ਪਰ ਜਦੋਂ ਪਿਆਰੇ ਲਾਲ ਅਤੇ ਇਹਨਾਂ ਦੀ ਮਾਤਾ ਬੀਬੀ ਬੀਰੋ ਆਉਂਦੇ ਆ ਤਾਂ ਤੁਸੀਂ ਇਹਨਾਂ ਨੂੰ ਮੱਥਾ ਟੇਕਣ ਤੋਂ ਰੋਕਦੇ, ਇਸ ਤਰ੍ਹਾਂ ਕਿਉਂ ਹੈ? ਫਿਰ ਮਹਾਂਪੁਰਖ ਨੇ ਆਖਿਆ ਸੀਗਾ ਵੀ ਜਿਹੜਾ ਪਿਆਰੇ ਲਾਲ ਆ ਨਾ ਇਹ ਸਾਡੇ ਪਿਛਲੇ ਕਿਸੇ ਜਨਮ ਦਾ ਗੁਰੂ ਸੀ, ਅਤੇ ਇਹਨਾਂ ਦੀ ਜਿਹੜੀ ਮਾਤਾ ਬੀਰੋ ਹੈਗੀ ਇਹ ਇਹਨਾਂ ਦੀ ਮਾਂ ਹੈਗੀ ਆ। ਇਸ ਕਰਕੇ ਗੁਰੂ ਅਤੇ ਗੁਰੂ ਦੀ ਮਾਂ ਹੋਣ ਦੇ ਸਤਿਕਾਰ ਵਜੋਂ ਅਸੀਂ ਇਹਨਾਂ ਤੋਂ ਮੱਥਾ ਨਹੀਂ ਟਿਕਾਉਂਦੇ ਹੈਗੇ। ਉਸ ਤੋਂ ਬਾਅਦ ਦੇਖੋ ਸਮਾਂ ਜਿਹੜਾ ਬਦਲਿਆ ਅਤੇ ਪਿਆਰੇ ਲਾਲ ਦੀ ਸ਼ਾਦੀ ਹੋਈ। ਜਦ ਪਿਆਰੇ ਲਾਲ ਦੀ ਸ਼ਾਦੀ ਹੋਈ ਅਤੇ ਫਿਰ ਮਹਾਂਪੁਰਖਾਂ ਨੇ ਇਹਨਾਂ ਨੂੰ ਸ਼ਾਦੀ ਤੋਂ ਬਾਅਦ ਸੁਨੇਹਾ ਭੇਜਿਆ। ਪਰ ਪਿਆਰੇ ਲਾਲ ਦੀ ਜਿਹੜੀ ਮਾਂ ਬੀਰੋ ਸੀਗੀ ਉਹਦੇ ਮਨ ਦੇ ਵਿੱਚ ਜਿਹੜੀ ਇੱਕ ਗੱਲ ਆ ਗਈ ਕਿ ਉੱਥੇ ਸ਼ਰ੍ਹਾ ਕਰਨੀ ਪੈਣੀ ਆ, ਅਤੇ ਸਾਡੀ ਜਿਹੜੀ ਨੂੰਹ ਹੈਗੀ ਉਹ ਨਵੇਲੀ ਹੈਗੀ ਆ, ਕਿਸੇ ਸ਼ਰ੍ਹਾ ਕਰਦੀ ਦੇ ਵਿੱਚ ਕੋਈ ਐਸੇ ਦੇ ਰੰਗ 'ਚ ਭੰਗ ਨਾ ਪੈ ਜਾਵੇ ਕਿ ਮਹਾਂਪੁਰਖ ਕੋਈ ਬਚਨ ਕਬੂਲ ਬੋਲ ਦੇਣ। ਇਸ ਕਰਕੇ ਇਹਨੇ ਡਰਦੀ ਮਾਰੀ ਨੇ ਜਿਹੜੇ ਸੀਗੇ ਇਹਨਾਂ ਨੂੰ ਉੱਥੇ ਸ਼ਰ੍ਹਾ ਦੇ ਉੱਤੇ ਨਹੀਂ ਭੇਜਿਆ। ਜਦ ਮਹਾਂਪੁਰਖਾਂ ਦੇ ਟਿੱਲੇ 'ਤੇ ਨਹੀਂ ਭੇਜਿਆ ਅਤੇ ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਆਪਣਾ ਇੱਕ ਸੇਵਾਦਾਰ ਜਿਹੜਾ ਸੀਗਾ ਇਹ ਪਿਆਰੇ ਲਾਲ ਦੇ ਘਰ ਭੇਜਿਆ। ਤੋ ਸੇਵਾਦਾਰ ਨੂੰ ਇੱਕ ਮੁੰਦਰੀ ਦਿੱਤੀ ਆ ਅਤੇ ਨਾਲ 2 ਰੁਪਏ ਚਾਂਦੀ ਦੇ ਦਿੱਤੇ, ਅਤੇ ਨਾਲ ਸੇਵਾਦਾਰ ਨੂੰ ਕਿਹਾ ਵੀ ਇਹ ਤੂੰ ਪਿਆਰੇ ਲਾਲ ਨੂੰ ਦੇ ਦੇ ਪਰਿਵਾਰ ਨੂੰ, ਅਤੇ ਉਹਨਾਂ ਨੂੰ ਕਹਿ ਵੀ ਆਹ ਜਿਹੜੀ ਚੀਜ਼ਾਂ ਹਨ ਇਹ ਸੰਭਾਲ ਕੇ ਰੱਖਣ। ਦੇਖੋ ਉਹ ਜਿਹੜਾ ਸੇਵਾਦਾਰ ਸੀਗਾ ਪਿਆਰੇ ਲਾਲ ਦੇ ਘਰ ਗਿਆ, ਉਹਨੇ ਕੀ ਕੀਤਾ ਕਿ 2 ਰੁਪਏ ਚਾਂਦੀ ਦੇ ਅਤੇ ਇੱਕ ਜਿਹੜੀ ਉਹ ਮੁੰਦਰੀ ਸੀ ਉਹ ਇਹਨਾਂ ਦੇ ਪਰਿਵਾਰ ਨੂੰ ਦੇ ਦਿੱਤੀ। ਅਤੇ ਜਦੋਂ ਦਿੱਤੀ ਆ ਉਸ ਤੋਂ ਬਾਅਦ ਫਿਰ
ਜਿਹੜਾ ਪਿਆਰੇ ਲਾਲ ਸੀਗਾ ਇਹਦੀ ਚੜ੍ਹਦੀ ਕਲਾ ਹੋਈ ਆ। ਸਮਾਂ ਪਾ ਕੇ ਇਹਦੇ 5 ਪੁੱਤਰ ਹੋਏ ਆ, ਤੇ 5 ਪੁੱਤਰ ਜਿਹੜੇ ਸੀ ਬੜੇ ਨੇਕ ਸੁਭਾਅ ਦੇ ਹੋਏ ਆ। ਪਰ ਜਿਹੜੀ ਮੁੰਦਰੀ ਮਹਾਂਪੁਰਖਾਂ ਨੇ ਦਿੱਤੀ ਸੀ, ਇਸੇ ਪਰਿਵਾਰ ਦੀ ਇੱਕ ਮਾਈ ਸ਼ਾਮੋ ਸੀਗੀ। ਉਹ ਸ਼ਾਮੋ ਨੇ ਕੀ ਕੀਤਾ, ਇਹ ਜਿਹੜੀ ਮੁੰਦਰੀ ਸੀ ਇਹ ਕੱਢ ਕੇ ਆਪਣੀ ਲੜਕੀ ਦੇ ਘਰ ਭੇਜ ਦਿੱਤੀ। ਇਹ ਸੋਚ ਕੇ ਭੇਜੀ ਆ ਕਿ ਉਹਦੀ ਜਿਹੜੀ ਮਾਲੀ ਹਾਲਤ ਮਾੜੀ ਆ ਤੇ ਉਹਦੀ ਹਾਲਤ ਵੀ ਚੰਗੀ ਹੋ ਜੂਗੀ। ਪਰ ਕਿਉਂਕਿ ਮਹਾਂਪੁਰਖਾਂ ਦਾ ਵਚਨ ਸੀਗਾ ਕਿ ਇਹ ਚੀਜ਼ ਸੰਭਾਲ ਕੇ ਰੱਖਣੀ ਆ। ਪਰ ਜਦੋਂ ਮਾਈ ਸ਼ਾਮੋ ਜਿਹੜੀ ਸੀ ਉਹ ਮੁੰਦਰੀ ਲੈ ਕੇ ਆਪਣੀ ਲੜਕੀ ਦੇ ਜਦ ਘਰ ਰਸਤੇ ਜਾ ਰਹੇ ਸੀ, ਤਾਂ ਉਹ ਮੁੰਦਰੀ ਜਿਹੜੀ ਸੀਗੀ ਉਸ ਦੇ ਪਰਸ ਦੇ ਵਿੱਚੋਂ ਜਿਹੜੀ ਸੀ ਆਪਣੇ ਆਪ ਗਾਇਬ ਹੋ ਗਈ ਸੀ। ਸੋ ਇਸ ਤਰ੍ਹਾਂ ਇੱਕ ਸੇਠ ਹੋਰ ਹੋਇਆ, ਉਹ ਵੀ ਜਦ ਮਹਾਂਪੁਰਖਾਂ ਦੇ ਪਾਸ ਆਏ ਸੀ, ਉਹਨਾਂ ਨੇ ਆ ਕੇ ਬਾਬਾ ਜੀ ਦੀ ਸੋਭਤ ਸੁਣੀ ਆ, ਮੱਥਾ ਟੇਕਿਆ, ਤੇ ਉਸ ਤੋਂ ਬਾਅਦ ਮਹਾਂਪੁਰਖਾਂ ਨੇ ਉਹਦਾ ਜਾਤ ਜਨਮ ਗੋਤ ਪੁੱਛ ਕੇ ਫਿਰ ਉਹਨੂੰ ਪੁੱਛਿਆ ਵੀ ਦੱਸੋ ਤੁਸੀਂ ਕਿਵੇਂ ਆਏ ਆ। ਫਿਰ ਉਹ ਸੇਠ ਨੇ ਆਖਿਆ ਸੀਗਾ ਕਿ ਮੈਨੂੰ 2 ਚੀਜ਼ਾਂ ਚਾਹੀਦੀਆਂ, ਇੱਕ ਤਾਂ ਮੈਨੂੰ ਧਨ ਚਾਹੀਦਾ, ਮਾਇਆ ਚਾਹੀਦੀ, ਦੂਸਰੇ ਮੈਨੂੰ ਪੁੱਤਰ ਚਾਹੀਦਾ ਹੈਗਾ, ਤੇ 2 ਚੀਜ਼ਾਂ ਚਾਹੀਦੀਆਂ, 2 ਚੀਜ਼ਾਂ ਮੈਨੂੰ ਮਿਲ ਜਾਣ। ਤੇ ਮਹਾਂਪੁਰਖ ਕਹਿੰਦੇ ਵੀ ਤੂੰ 2 ਕੀ ਕਰਨੀਆਂ ਹੈਗੀਆਂ, ਧਨ ਹੀ ਕਾਫੀ ਜਾਂ ਪੁੱਤਰ ਮੰਗ ਜਾਂ ਦੌਲਤ ਮੰਗ। ਕਹਿੰਦੇ ਨਹੀਂ ਮਹਾਰਾਜ, ਵੀ ਦੋਨੇ ਚੀਜ਼ਾਂ ਚਾਹੀਦੀਆਂ ਹੈ, ਅਗਰ ਧਨ ਵੀ ਚਾਹੀਦਾ ਤੇ ਨਾਲ ਪੁੱਤਰ ਵੀ ਚਾਹੀਦਾ, 2 ਚੀਜ਼ਾਂ ਮੈਨੂੰ ਮਿਲ ਜਾਣ ਤਾਂ ਘਰ 'ਚ ਰੌਣਕ ਹੋ ਜਾਵੇ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਹੱਸ ਕੇ ਕਹਿਣ ਲੱਗੇ ਚੱਲ ਠੀਕ ਆ, ਅਗਰ ਤੂੰ ਆਪਣੇ ਘਰ 'ਚ ਰੌਣਕ ਚਾਹੁੰਦਾ ਤਾਂ ਇਸ ਤਰ੍ਹਾਂ ਕਰ ਵੀ ਸਾਨੂੰ ਇੱਕ ਹਾਰਮੋਨੀਆ ਬਾਜਾ ਜਿਹੜਾ ਹੈਗਾ ਉਹ ਦਵਾ ਦੇ, ਤੇ ਹਾਰਮੋਨੀਆ ਬਾਜੇ ਦੇ ਨਾਲ ਸਾਡੇ ਇੱਧਰ ਰੌਣਕ ਹੋ ਜੂ ਤੇ ਤੇਰੇ ਘਰ ਵੀ ਰੌਣਕ ਹੋ ਜੂ। ਇਹ ਕਹਿ ਕੇ ਉਹ ਜਿਹੜਾ ਸੇਠ ਸੀਗਾ ਵਾਪਸ ਆਪਣੇ ਘਰ ਚਲੇ ਗਿਆ। ਕੁਛ ਦਿਨਾਂ ਬਾਅਦ ਫਿਰ ਕੋਈ ਵਧੀਆ ਹਾਰਮੋਨੀਆ ਬਾਜਾ ਲੈ ਕੇ ਆਇਆ। ਉਹਨੇ ਆ ਕੇ ਮਹਾਂਪੁਰਖਾਂ ਦੇ ਅੱਗੇ ਰੱਖ ਕੇ ਭੇਟਾ ਕਰਕੇ ਹਾਰਮੋਨੀਆ ਬਾਜਾ ਮੱਥਾ ਟੇਕਿਆ। ਤੇ ਉਸ ਟਾਈਮ ਬਾਬਾ ਜੀ ਨੇ ਫਿਰ ਪਿਆਰੇ ਲਾਲ ਦੇ ਕੋਲ ਇੱਕ ਸੇਵਾਦਾਰ ਭੇਜਿਆ ਤੇ ਉਸ ਨੂੰ ਸੁਨੇਹਾ ਦਿੱਤਾ ਕਿ ਤੂੰ ਹੁਣੇ ਇਸ ਟਿੱਲੇ ਦੇ ਉੱਤੇ ਪਹੁੰਚ ਜਾ। ਜਾਂ ਜਿਹੜਾ ਪਿਆਰੇ ਲਾਲ ਸੀ ਉਸ ਨੂੰ ਸੁਨੇਹਾ ਮਿਲਿਆ। ਪਿਆਰੇ ਲਾਲ ਦੀ ਮਾਤਾ ਨੇ ਮਨ 'ਚ ਸੋਚਿਆ ਕਿ ਮਹਾਂਪੁਰਖਾਂ ਨੇ ਅਚਨਚੇਤ ਪਿਆਰੇ ਲਾਲ ਨੂੰ ਕਾਹਤੇ ਆਵਾਜ਼ ਮਾਰੀ ਆ। ਤੇ ਇਹਨਾਂ ਦੀ ਫਿਰ ਮਾਤਾ ਜੀ ਕਹਿਣ ਲੱਗੀ ਕਿ ਮੈਂ ਵੀ ਤੇਰੇ ਨਾਲ ਮਹਾਂਪੁਰਖਾਂ ਦੇ ਸਥਾਨ 'ਤੇ ਜਾਂਦੀ ਹਾਂ। ਸੋ ਜਦ ਦੋਨੇ ਜਾਣੇ ਮਹਾਂਪੁਰਖਾਂ ਦੇ ਕੋਲ ਗਏ, ਇਹਨਾਂ ਨੇ ਜਾ ਕੇ ਨਮਸਕਾਰ ਕਰਕੇ ਮੱਥਾ ਟੇਕਿਆ, ਕੋਲ ਬੈਠ ਗਏ। ਤੇ ਫਿਰ ਬਾਬਾ ਜੀ ਨੂੰ ਜਿਹੜਾ ਬਾਜਾ ਲਿਆਂਦਾ ਸੀਗਾ ਉਹ ਬਾਜਾ ਜਿਹੜਾ ਸੀ ਪਿਆਰੇ ਲਾਲ ਨੂੰ ਦਿਖਾ ਕੇ ਕਹਿੰਦੇ ਪਿਆਰੇ ਲਾਲ ਆਹ ਬਾਜਾ ਤੂੰ ਵਜਾ ਤੇ ਨਾਲ ਕੁਛ ਗਾ ਕੇ ਸੁਣਾ। ਤੇ ਦੇਖੋ ਪਿਆਰੇ ਲਾਲ ਨੇ ਜਿਹੜਾ ਸੀ ਉਹ ਬਾਜਾ ਵਜਾਇਆ ਤੇ ਨਾਲ ਕੁਛ ਗਾ ਕੇ ਸੁਣਾਇਆ। ਤੇ ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਹੁਣ ਠੀਕ ਆ। ਤੇ ਮਹਾਂਪੁਰਖ ਕਹਿੰਦੇ ਇਹ ਬਾਜਾ ਹੁਣ ਤੂੰ ਆਪਣੇ ਘਰ ਲੈ ਜਾ ਤੇ ਗਲੀਆਂ ਦੇ ਵਿੱਚ ਤੁਰਾ ਫਿਰਦਾ, ਜਿੱਥੇ ਵੀ ਤੇਰਾ ਜੀਅ ਕਰਦਾ ਇਹ ਬਾਜਾ ਵਜਾਇਆ ਕਰ ਤੇ ਰੱਬ ਦੇ ਗੁਣ ਗਾਇਆ ਕਰ। ਦੇਖੋ ਜਿਹੜਾ ਪਿਆਰੇ ਲਾਲ ਸੀਗਾ ਫਿਰ ਉਹ ਬਾਜਾ ਜਿਹੜਾ ਸੀਗਾ ਆਪਣੇ ਪਾਸ ਲੈ ਗਿਆ। ਇਹਨੇ ਉਹ ਬਾਜਾ ਘਰ ਵੀ ਵਜਾਉਣਾ, ਨਾਲ ਜਿਹੜੇ ਸ਼ਬਦ ਵੀ ਗਾਉਣੇ ਆ, ਤੇ ਗਲੀਆਂ ਵਿੱਚ ਵੀ ਬਾਜਾ ਤੁਰੇ ਜਾਂਦੇ ਵਜਾਉਣਾ, ਨਾਲ ਸ਼ਬਦ ਪੜ੍ਹਨਾ। ਤੇ ਜਦੋਂ ਕੋਈ ਸੰਗਤ ਜਿਹੜੀ ਸੀ ਪਿਆਰੇ ਲਾਲ ਦੇ ਘਰੋਂ ਦੀ ਮੋਹਰਦੀ ਜਾਂਦੀ ਸੀ ਤੇ ਮਹਾਂਪੁਰਖ ਉਸ ਸੰਗਤ ਦੇ ਹਰੇਕ ਪ੍ਰੇਮੀ ਨੂੰ ਪੁੱਛਦੇ ਸੀਗੇ ਜਿਹੜਾ ਪਿਆਰੇ ਲਾਲ ਹੈ ਉਹਦਾ ਬਾਜਾ ਘਰ ਦੇ ਵਿੱਚ ਵੱਜਦਾ ਤੁਸੀਂ ਸੁਣਿਆ ਹੈ। ਤੇ ਹਰੇਕ ਪ੍ਰੇਮੀ ਕਹਿੰਦਾ ਕਿ ਹਾਂ ਮਹਾਂਪੁਰਖੋ ਅਸੀਂ ਪਿਆਰੇ ਲਾਲ ਦੇ ਘਰ ਦੇ ਕੋਲੋਂ ਦੀ ਗਏ ਸੀ, ਅਸੀਂ ਬਾਜੇ ਦੀ ਆਵਾਜ਼ ਸੁਣੀ ਸੀ ਤੇ ਅਸੀਂ ਦੇਖਿਆ ਸੀਗਾ ਪਿਆਰੇ ਲਾਲ ਬਾਜਾ ਵੀ ਵਜਾ ਰਿਹਾ ਤੇ ਗਾ ਵੀ ਰਿਹਾ। ਇਹ ਸੁਣ ਕੇ ਬਾਬਾ ਮਾਹਲ ਨਾਮ ਸੁਣਿਆ ਨੇ ਬੜੇ ਪ੍ਰਸੰਨ ਹੁੰਦੇ ਸੀਗੇ। ਸੋ ਦੇਖੋ ਸਮਾਂ ਜਿਹੜਾ ਲੰਘਦਾ ਗਿਆ ਹੈਗਾ ਤੇ ਲੰਘਦੇ ਸਮੇਂ ਦੇ ਵਿੱਚ ਫਿਰ ਪਿਆਰੇ ਲਾਲ ਦੇ ਪਾਸ ਇੱਕ ਗਾਂ ਸੀਗੀ ਜਿਹਦੇ ਨਾਲ ਉਹ ਦੁੱਧ ਪੀਂਦੇ ਹੁੰਦੇ ਸੀ ਤੇ ਬਾਕੀ ਜਿਹੜਾ ਬਚਿਆ ਦੁੱਧ ਹੁੰਦਾ ਸੀ ਸਾਰਾ ਲੰਗਰ ਦੇ ਵਿੱਚ ਭੇਜ ਦਿੰਦੇ ਹੁੰਦੇ ਸੀ। ਉਸ ਤੋਂ ਬਾਅਦ ਦੇਖੋ ਪਿਆਰੇ ਲਾਲ ਦੇ ਕੋਲ 30,000 ਰੁਪਈਆ ਉਹਨਾਂ ਟਾਈਮਾਂ ਦੇ ਵਿੱਚ ਸੀਗਾ। ਉਹਨਾਂ ਨੇ ਫਿਰ ਜਿਹੜਾ ਆਪਣਾ 30,000 ਰੁਪਈਆ ਸੀਗਾ ਉਹ ਆਪਣੇ ਪੁੱਤਰਾਂ ਦੇ ਵਿੱਚ ਵੰਡ ਦਿੱਤਾ ਸੀ। ਵੰਡ ਕੇ ਬਿਲਕੁਲ ਜਿਹੜੇ ਸੀਗੇ ਉਹ ਕੰਮਾਂ 'ਚ ਸੁਰਖਰੂ ਹੋ ਗਏ ਸੀਗੇ। ਇਸ ਤਰ੍ਹਾਂ ਇੱਕ ਵਾਰ ਟਿੱਲੇ ਦੇ ਉੱਤੇ ਇੱਕ ਨਿਹੰਗ ਸਿੰਘ ਜਿਹੜੇ ਸੀਗੇ ਉਹ ਘੋੜੇ 'ਤੇ ਸਵਾਰ ਹੋ ਕੇ ਸ਼ਸਤਰਧਾਰੀ ਮਹਾਂਪੁਰਖਾਂ ਦੇ ਦਰਸ਼ਨ ਵਾਸਤੇ ਆਏ। ਜਦ ਦਰਸ਼ਨ ਵਾਸਤੇ ਆਏ ਤੇ ਮਨ ਦੇ ਵਿੱਚ ਉਹਨਾਂ ਦੇ ਇਹ ਵੀ ਫੁਰਨਾ ਸੀਗਾ ਕਿ ਸਾਨੂੰ ਭੁੱਖ ਬੜੀ ਲੱਗੀ ਆ ਤੇ ਨਾਲੇ ਮਹਾਂਪੁਰਖਾਂ ਦੇ ਦਰਸ਼ਨ ਕਰਾਂਗੇ ਤੇ ਨਾਲੇ ਅਸੀਂ ਪ੍ਰਸ਼ਾਦਾ ਪਾਣੀ ਛਕਾਂਗੇ। ਇਹ ਸੋਚ ਕੇ ਫਿਰ ਇਹ ਜਿਹੜੇ ਨਿਹੰਗ ਸਿੰਘ ਸੀ ਜਦ ਟਿੱਲੇ ਦੇ ਕੋਲ ਆਏ ਆ ਤੇ ਇਹਨਾਂ ਨੇ ਸੇਵਾਦਾਰ ਨੂੰ ਜਿਹੜੀ ਨਿਹੰਗ ਸਿੰਘ ਹੁਣਾਂ ਨੇ ਇਹ ਬੇਨਤੀ ਕੀਤੀ ਕਿ ਅਸੀਂ ਮਹਾਂਪੁਰਖਾਂ ਦੇ ਦਰਸ਼ਨ ਕਰਨੇ ਆ। ਜਦ ਸੇਵਾਦਾਰ ਉੱਪਰ ਗਿਆ ਤੇ ਫਿਰ ਸੇਵਾਦਾਰ ਨੇ ਜਦ ਬਾਬਾ ਮਾਹਰ ਨਾਮ ਸੁਣ ਦੱਸਿਆ ਕਿ ਇੱਕ ਨਿਹੰਗ ਸਿੰਘ ਸ਼ਸਤਰਧਾਰੀ ਆਏ ਆ, ਉਹ ਆਪ ਦੇ ਦਰਸ਼ਨ ਕਰਨਾ ਚਾਹੁੰਦੇ ਆ। ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਵੀ ਉਹਨਾਂ ਨੂੰ ਕਹੋ ਕਿ ਉਹ ਸਣੇ ਘੋੜੇ ਚੜ੍ਹ ਕੇ ਉੱਪਰ ਆ ਸਾਨੂੰ ਦਰਸ਼ਨ ਦੇਣ। ਜਦ ਇਹ ਗੱਲ ਹੋਈ ਆ ਤੇ ਫਿਰ ਉਹ ਜਿਹੜਾ ਸੇਵਾਦਾਰ ਸੀ ਥੱਲੇ ਚਲੇ ਗਿਆ। ਉਸ ਤੋਂ ਬਾਅਦ ਮਹਾਂਪੁਰਖਾਂ ਨੇ ਆਪਣੇ ਜਿਹੜੇ ਹੋਰ ਸੇਵਾਦਾਰ ਸੀ ਉਹਨਾਂ ਨੂੰ ਆਵਾਜ਼ ਮਾਰੀ, ਉਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਉਸ ਨਿਹੰਗ ਸਿੰਘ ਦਾ ਜਿਹੜੇ ਘੋੜੇ ਦੀ ਲਗਾਮ ਆ ਉਹਨੂੰ ਫੜ ਕੇ ਉੱਪਰ ਲੈ ਕੇ ਆਓ, ਬਾਕੀ ਤੁਸੀਂ ਪਹਿਲਾਂ ਜਾ ਕੇ ਘੋੜੇ ਨੂੰ ਮੱਥਾ ਟੇਕਣਾ ਹੈਗਾ ਤੇ ਘੋੜੇ ਨੂੰ ਪੱਖਾ ਵੀ ਕਰਨਾ ਹੈਗਾ ਤੇ ਕੱਪੜੇ ਦੇ ਨਾਲ ਘੋੜੇ ਦੇ ਸਰੀਰ ਨੂੰ ਵੀ ਪੂੰਝਣਾ ਹੈਗਾ ਤੇ ਇਸ ਤਰ੍ਹਾਂ ਉੱਤੇ ਖਰਖਰਾ ਕਰਕੇ ਘੋੜੇ ਦੀ ਸੇਵਾ ਕਰਨੀ ਆ। ਇਸ ਤਰ੍ਹਾਂ ਜਿਹੜੇ ਕੁਛ ਪ੍ਰੇਮੀ ਸੀਗੇ ਮਹਾਂਪੁਰਖਾਂ ਦਾ ਬਚਨ ਮੰਨ ਕੇ ਥੱਲੇ ਚੱਲ ਗਏ। ਉਸ ਨਿਹੰਗ ਸਿੰਘ ਜਿਹੜਾ ਘੋੜੇ ਦੇ ਉੱਪਰ ਸਵਾਰ ਸੀ ਚੜਾਇਆ ਉਹ ਇਸ ਤਰ੍ਹਾਂ ਘੋੜੇ ਦੀ ਸੇਵਾ ਕਰਦੇ ਮਹਾਂਪੁਰਖਾਂ ਦੇ ਪਾਸ ਆ ਗਏ। ਫਿਰ ਉਹ ਜਿਹੜਾ ਨਿਹੰਗ ਸਿੰਘ ਸੀਗਾ ਉਹ ਘੋੜੇ ਤੋਂ ਥੋੜ੍ਹੀ ਦੂਰ ਖੜ੍ਹ ਕੇ ਉਹਨੇ ਮਹਾਂਪੁਰਖਾਂ ਨੂੰ ਖੜੇ ਨਮਸਕਾਰ ਕੀਤੀ, ਫਿਰ ਹੇਠਾਂ ਉਤਰ ਗਿਆ। ਹੇਠਾਂ ਆ ਕੇ ਫਿਰ ਉਹਨਾਂ ਨੇ ਬਾਬਾ ਜੀ ਨੂੰ ਫਤਿਹ ਬੁਲਾਈ। ਜਦ ਬਾਬਾ ਮਾਹਰ ਨਾਮ ਸੁਣ ਫਤਿਹ ਬੁਲਾਈ
ਤੇ ਬਾਬਾ ਜੀ ਨੇ ਪਹਿਲਾਂ ਉਹਨਾਂ ਨੂੰ ਆਖਿਆ, ਕਹਿੰਦੇ ਵੀ ਤੁਸੀਂ ਪਹਿਲਾਂ ਜਾ ਕੇ ਨਾ ਲੰਗਰ ਪਾਣੀ ਛਕ ਲਓ, ਬਾਅਦ ਦੇ ਵਿੱਚ ਆਪਾਂ ਬੈਠਦੇ ਹਾਂ। ਦੇਖੋ ਜਿਹੜਾ ਨਿਹੰਗ ਸਿੰਘ ਸੀਗਾ ਉਹ ਜਿੱਧਰ ਲੰਗਰ ਹਾਲ ਸੀਗਾ ਉੱਧਰ ਚਲੇ ਗਿਆ, ਉੱਥੇ ਉਹ ਬੜੇ ਪ੍ਰੇਮ ਦੇ ਨਾਲ ਉੱਥੇ ਉਹਨੇ ਲੰਗਰ ਛਕਿਆ। ਲੰਗਰ ਛਕ ਕੇ ਵਾਪਸ ਮਹਾਂਪੁਰਖਾਂ ਦੇ ਪਾਸ ਆਇਆ ਅਤੇ ਮਹਾਂਪੁਰਖਾਂ ਨੇ ਫਿਰ ਉਸ ਨਿਹੰਗ ਸਿੰਘ ਨੂੰ ਇਹ ਆਖਿਆ, ਕਹਿੰਦੇ ਭਾਈ ਜਿਹੜਾ ਤੇਰਾ ਪਿਛਲਾ ਜਨਮ ਆ ਨਾ, ਤੈਂ ਪਿਛਲੇ ਜਨਮ ਦੇ ਵਿੱਚ ਬਹੁਤ ਤੀਰਥ ਯਾਤਰਾਵਾਂ ਕੀਤੀਆਂ ਅਤੇ ਨਾਲ ਤੈਂ ਤਪੱਸਿਆ ਬੜੀ ਕੀਤੀ ਆ, ਇਸ ਕਰਕੇ ਤੇਰਾ ਜਿਹੜਾ ਅਗਲਾ ਜਨਮ ਹੈਗਾ ਉਹ ਤੈਨੂੰ ਰਾਜ ਭਾਗ ਦਾ ਪ੍ਰਾਪਤ ਹੋਵੇਗਾ। ਬਾਕੀ ਹੁਣ ਤੂੰ ਇਹ ਦੱਸ ਵੀ ਤੈਨੂੰ ਰਾਜ ਭਾਗ ਚਾਹੀਦਾ ਹੈਗਾ ਤੇ ਜਾਂ ਤੈਨੂੰ ਜਨਮਾਂ ਤੋਂ ਰਹਿਤ ਜ਼ਿੰਦਗੀ ਜਿਹੜੀ ਉਹ ਚਾਹੀਦੀ ਹੈ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਨਿਹੰਗ ਸਿੰਘ ਕਹਿਣ ਲੱਗੇ, ਕਹਿੰਦਾ ਮਹਾਂਪੁਰਖੋ ਰਾਜ ਭਾਗ ਕੀ ਕਰਨਾ ਹੈ, ਮੈਨੂੰ ਤਾਂ ਜ਼ਿੰਦਗੀ ਚਾਹੀਦੀ ਹੈ ਜਿਹੜੀ ਜੀਵਨ ਅਤੇ ਮੌਤ ਇਹਨਾਂ ਦੋਨਾਂ ਤੋਂ ਪਰੇ ਹੋਵੇ। ਜਦ ਇਹ ਗੱਲ ਹੋਈ ਅਸੀਂ ਫਿਰ ਮਹਾਂਪੁਰਖ ਕਹਿਣ ਲੱਗੇ ਵੀ ਠੀਕ ਆ। ਫਿਰ ਬਾਬਾ ਜੀ ਨੇ ਜਿਹੜਾ ਉਹਦਾ ਸ਼ਬਦ ਸੀਗਾ ਉਸ ਨੂੰ ਦੱਸਿਆ ਸੀਗਾ ਕਿ ਤੁਸੀਂ ਇਹ ਸ਼ਬਦ ਹੈ ਨਾ ਵਿਧੀ ਵਿਧਾਨ ਦੇ ਨਾਲ ਇਹਦਾ ਜਾਪ ਕਰਨਾ ਹੈਗਾ। ਸੋ ਜਦ ਮਹਾਂਪੁਰਖਾਂ ਨੇ ਉਸ ਨਿਹੰਗ ਸਿੰਘ ਨੂੰ ਜਿਹੜਾ ਸੀਗਾ ਇਹ ਮਰਜ਼ਾਦਾ ਦੱਸੀ ਸੀ ਕਿ ਇਸ ਤਰੀਕੇ ਨਾਲ ਇਹਦਾ ਜਪ ਕਰੋਗੇ ਅਤੇ ਤੁਸੀਂ ਹੈ ਨਾ ਸਮਾਂ ਪਾ ਕੇ ਜਨਮਾਂ ਤੋਂ ਰਹਿਤ ਹੋ ਜਾਓਗੇ, ਐਸੀ ਅਵਸਥਾ ਤੁਹਾਡੇ 'ਤੇ ਆ ਜਾਊਗੀ। ਉਸ ਤੋਂ ਬਾਅਦ ਫਿਰ ਨਿਹੰਗ ਸਿੰਘ ਜਿਹੜਾ ਸੀਗਾ ਮਹਾਂਪੁਰਖ ਦਾ ਅਸੀਸ ਲੈ ਕੇ ਦਮਦਮਾ ਸਾਹਿਬ ਚੱਲ ਗਿਆ ਸੀਗਾ। ਉੱਥੇ ਜਿਹੜਾ ਮਹਾਂਪੁਰਖਾਂ ਨੇ ਉਸ ਸ਼ਬਦ ਦੇ ਜਾਪ ਦੀ ਜੋ ਵਿਧੀ ਵਿਧਾਨ ਦੱਸਿਆ ਸੀਗਾ ਉਸ ਨੂੰ ਉਸਨੇ ਆਪਣੇ ਜੀਵਨ ਦੇ ਵਿੱਚ ਕਮਾਇਆ ਹੈ ਅਤੇ ਬਹੁਤ ਫਿਰ ਉੱਚ ਕੋਟੀ ਦੇ ਜਿਹੜੇ ਉਹ ਨਿਹੰਗ ਸਿੰਘ ਸੀਗੇ ਉਹ ਗੁਰਮੁਖ ਪਿਆਰੇ ਸੰਤ ਹੋਏ ਆ। ਸੋ ਇਸ ਤਰ੍ਹਾਂ ਨਾਲ ਮਹਾਂਪੁਰਖਾਂ ਨੇ ਆਪਣੇ ਜੀਵਨ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਆਈਆਂ, ਜਿਨ੍ਹਾਂ ਨੂੰ ਦਰਸ਼ਨ ਦਿੱਤੇ, ਜਿਨ੍ਹਾਂ ਦੇ ਨਾਲ ਵੀ ਬਚਨ ਬਲਾਸ ਕੀਤੇ ਆ, ਉਹਨਾਂ ਦੇ ਲੋਕ ਪਰਲੋਕ ਸਵਾਰ ਦਿੱਤੇ ਆ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।